प्यारे विद्यार्थियों, लर्नर्स GSS बोहा ते मैं 10+2 ਦੇ ਮੈਥਮੈਟਿਕਸ ਦੇ ਸਟੂਡੈਂਟਸ ਲਈ ਮੈਟ੍ਰਿਸਿਸ ਦੀ 5ਵੀਂ ਵੀਡੀਓ ਲੈ ਕੇ ਹਾਜ਼ਰ ਹਾਂ। ਤੇ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਨਾਲ ਇਹ ਮੈਟ੍ਰਿਸਿਸ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਡਿਟਰਮੀਨੈਂਟ ਸ਼ੁਰੂ ਕਰਾਂਗੇ। ਆਪਾਂ ਬਹੁਤ ਪਲੈਨਡ ਵੇ ਨਾਲ ਅੱਗੇ ਵਧਣਾ ਹੈ ਤੇ ਹੌਲੀ ਹੌਲੀ ਅੱਗੇ ਵਧਣਾ ਹੈ, ਜਲਦੀ ਨਹੀਂ ਕਰਨੀ। ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲੀਆਂ 4 ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਇਹ ਮੇਰੀ 5ਵੀਂ ਵੀਡੀਓ ਵੀ ਪਸੰਦ ਕਰੋਗੇ। ਤਾਂ ਚੱਲਦੇ ਹਾਂ ਆਪਾਂ ਮੈਟ੍ਰਿਸਿਸ ਪਾਰਟ 5, ਜਿਸ ਵਿੱਚ ਅਸੀਂ ਟਰਾਂਸਪੋਜ਼, ਸਿਮੈਟ੍ਰਿਕ ਮੈਟ੍ਰਿਕਸ, ਸਕਿਊ ਸਿਮੈਟ੍ਰਿਕ ਮੈਟ੍ਰਿਕਸ ਅਤੇ ਹੋਰ ਬਹੁਤ ਇੰਪੋਰਟੈਂਟ ਆਸਪੈਕਟਸ ਪੜ੍ਹਾਂਗੇ ਮੈਟ੍ਰਿਸਿਸ ਦੇ। ਤਾਂ ਚੱਲਦੇ ਹਾਂ ਮੈਟ੍ਰਿਸਿਸ ਦੀ ਦੁਨੀਆ ਵਿੱਚ। ਅੱਜ ਦੇ ਟੌਪਿਕ ਦੀ ਸ਼ੁਰੂਆਤ ਆਪਾਂ ਕਰਦੇ ਹਾਂ। ਟੌਪਿਕ ਉਹੀ ਆਪਣਾ ਚੱਲ ਰਿਹਾ ਮੈਟ੍ਰਿਕਸ। ਇਹ ਮੈਟ੍ਰਿਕਸ ਦੀ ਮੇਰੀ 5ਵੀਂ ਵੀਡੀਓ ਹੈ। ਅੱਜ ਤੋਂ ਬਹੁਤ ਹੀ ਇੰਪੋਰਟੈਂਟ ਐਕਸਰਸਾਈਜ਼ ਹੈ। ਇਹਦੇ ਵਿੱਚ ਆਪਾਂ ਕਰਾਂਗੇ ਟਰਾਂਸਪੋਜ਼ ਆਫ ਅ ਮੈਟ੍ਰਿਕਸ। ਇੱਕ ਮੈਟ੍ਰਿਕਸ ਦਾ ਟਰਾਂਸਪੋਜ਼ ਕੀ ਹੋਊਗਾ। ਟਰਾਂਸਪੋਜ਼ ਨੂੰ ਲਿਖਦੇ ਕਿਵੇਂ ਆਪਾਂ। ਮੰਨ ਲਓ ਕੋਈ ਮੈਟ੍ਰਿਕਸ A ਹੈ, ਇਹਦੇ ਆਪਾਂ ਛੋਟੀ ਜਿਹੀ ਉੱਤੇ ਟੀ ਇੱਦਾਂ ਪਾ ਦਈਏ, ਜਾਂ A ਦੇ ਉੱਤੇ ਆਪਾਂ ਇੱਦਾਂ ਦੀ ਟੀ ਪਾ ਦਈਏ, ਜਾਂ ਕਈ ਵਾਰ A ਦੇ ਉੱਤੇ ਆਪਾਂ ਆਹ ਪਾ ਦਿੰਦੇ ਹਾਂ, ਡੈਸ਼ ਪਾ ਦਿੰਦੇ ਹਾਂ। ਇਹ ਡਿਨੋਟ ਕਰਦਾ A ਦੇ ਟਰਾਂਸਪੋਜ਼ ਨੂੰ। ਇਹ ਤਾਂ ਗੱਲ ਹੋ ਗਈ ਇਹਨੂੰ ਲਿਖਦੇ ਕਿਵੇਂ ਆ। ਪਰ ਐਕਚੁਅਲੀ ਟਰਾਂਸਪੋਜ਼ ਹੁੰਦਾ ਕੀ ਹੈ। If we alter the rows of a matrix with the columns of a matrix, row ਤੇ column ਨੂੰ ਆਪਸ 'ਚ ਆਪਾਂ ਇੰਟਰਚੇਂਜ ਕਰ ਦਈਏ, ਅਲਟਰ ਕਰ ਦਈਏ, ਤਾਂ ਆਪਾਂ ਨੂੰ ਕੀ ਮਿਲ ਜਾਂਦਾ, ਟਰਾਂਸਪੋਜ਼ ਆਫ ਮੈਟ੍ਰਿਕਸ। ਬਹੁਤ ਹੀ ਸਿੰਪਲ ਜੀ ਗੱਲ ਹੈ। ਆਪਣੇ ਕੋਲ ਆਹ ਇੱਕ ਮੈਟ੍ਰਿਕਸ ਹੈ, ਆਹ ਜਿਹੜੀਆਂ ਰੋਜ਼ ਨੇ, ਆਹ ਇਹਦੇ ਕਾਲਮ ਨੇ। ਇਹ ਆਪਣੀ ਹੈਗੀ ਮੰਨ ਲਓ A, ਤਾਂ A ਦਾ ਟਰਾਂਸਪੋਜ਼ ਕੀ ਹੋਊਗਾ। A ਦਾ ਟਰਾਂਸਪੋਜ਼ ਕੀ ਹੋਊਗਾ ਬੇਟਾ, ਬਹੁਤ ਸਿੰਪਲ ਜੀ ਗੱਲ ਹੈ। 3 4 5 ਰੋਜ਼ ਸੀ, ਇਹਦਾ ਬਣਾ ਲਓ ਕਾਲਮ। 3 4 5 2 3 5 ਇਹਦੇ ਰੋਜ਼ ਦੇ ਐਲੀਮੈਂਟ ਸੀ, ਇਹਨੂੰ ਕਾਲਮ ਦੇ ਐਲੀਮੈਂਟ ਬਣਾ ਲਓ। 2 3 5 ਕੀ ਚੇਂਜ ਦੇਖਣ ਨੂੰ ਮਿਲੀ। ਇਸ ਦਾ ਆਰਡਰ ਸੀ 2/3, ਇਸ ਦਾ ਆਰਡਰ ਕੀ ਹੋ ਗਿਆ 3/2। ਬਹੁਤ ਹੀ ਸਿੰਪਲ ਪਰ ਦਾ ਕੰਸੈਪਟ ਹੈ ਕਿ ਰੋਜ਼ ਨੂੰ ਕਾਲਮ ਬਣਾ ਲਓ, ਕਾਲਮ ਨੂੰ ਰੋਜ਼ ਬਣਾ ਲਓ। ਕਾਲਮ ਕੀ ਸੀ ਰੇ 3 2 ਰੋ ਬਣ ਗਈ, 4 3 ਰੋ ਬਣ ਗਈ, 5 5 ਰੋ ਬਣ ਗਈ। ਇਹਦਾ ਆਰਡਰ ਵੀ ਅਲਟਰ ਹੋ ਜਾਣਾ ਹੈ। ਆਰਡਰ ਕਿਹੜੇ ਕੇਸ 'ਚ ਅਲਟਰ ਨਹੀਂ ਹੋਊਗਾ, ਯਾਨੀ ਸੇਮ ਆਰਡਰ ਰਹਿ ਜਾਊਗਾ ਜਦੋਂ ਮੈਟ੍ਰਿਕਸ ਕਿਊ ਸਕੁਏਅਰ, ਕਿਉਂਕਿ 3/3 ਦੀ ਹੈ, ਚੇਂਜ ਕਰਾਂਗੇ ਤਾਂ ਵੀ ਕੀ ਰਹਿਣਾ, 3/3 ਦੀ ਰਹਿਣਾ। ਇਟ ਮੀਨਸ ਸਕੁਏਅਰ ਮੈਟ੍ਰਿਕਸ ਟਰਾਂਸਪੋਜ਼ ਤੇ ਇਹਦਾ ਆਰਡਰ ਸੇਮ ਰਹਿਣਾ, ਅਦਰਵਾਈਜ਼ ਆਰਡਰ ਕੀ ਹੋ ਜਾਣਾ, ਚੇਂਜ ਹੋ ਜਾਣਾ। ਇਸ ਤੋਂ ਆਪਾਂ ਅਗਲੀ ਗੱਲ ਕਰਦੇ ਹਾਂ, ਬਹੁਤ ਹੀ ਇੰਪੋਰਟੈਂਟ ਗੱਲ ਹੈ, ਸਿਮੈਟ੍ਰਿਕ ਮੈਟ੍ਰਿਕਸ। ਟਰਾਂਸਪੋਜ਼ ਦੀ ਬਾਰੇ ਦੱਸਣਾ ਤਾਂ ਜ਼ਰੂਰੀ ਸੀ ਕਿ ਜੇ ਆਪਾਂ ਸਿਮੈਟ੍ਰਿਕ ਨੂੰ ਸਮਝਣਾ ਹੈ ਕਿ ਕੋਈ ਮੈਟ੍ਰਿਕਸ ਆਪਾਂ ਸਿਮੈਟ੍ਰਿਕ ਕਦੋਂ ਹੁੰਦੀ ਹੈ, ਕੋਈ ਮੈਟ੍ਰਿਕਸ ਸਿਮੈਟ੍ਰਿਕ ਕਦੋਂ ਹੁੰਦੀ ਹੈ, ਤਾਂ ਆਪਾਂ ਨੂੰ ਟਰਾਂਸਪੋਜ਼ ਦਾ ਪਤਾ ਹੋਣਾ ਚਾਹੀਦਾ ਹੈ। ਇੱਕ ਗੱਲ ਬਹੁਤ ਹੀ ਕਲੀਅਰ ਹੋਣੀ ਚਾਹੀਦੀ ਹੈ, ਸਿਮੈਟ੍ਰਿਕ ਦੀ ਡੈਫੀਨੇਸ਼ਨ ਕੀ 'ਤੇ ਲੱਗਦੀ ਹੈ, ਸਕੁਏਅਰ ਮੈਟ੍ਰਿਕਸ 'ਤੇ ਲੱਗਦੀ ਹੈ। ਕਿਹੜੇ 'ਤੇ ਲੱਗਦੀ ਹੈ, ਸਕੁਏਅਰ ਮੈਟ੍ਰਿਕਸ 'ਤੇ। ਯਾਨੀ ਕਿ ਸਿਮੈਟ੍ਰਿਕ ਦੀ ਡੈਫੀਨੇਸ਼ਨ ਰੈਕਟੈਂਗੂਲਰ ਮੈਟ੍ਰਿਕਸ 'ਤੇ ਨਹੀਂ ਲੱਗੂਗੀ, ਕਿਤੇ ਲੱਗੂਗੀ, ਸਕੁਏਅਰ ਮੈਟ੍ਰਿਕਸ 'ਤੇ। ਅਤੇ ਡੈਫੀਨੇਸ਼ਨ ਕਹਿੰਦੀ ਕੀ ਹੈ, ਡੈਫੀਨੇਸ਼ਨ ਇਹ ਕਹਿੰਦੀ ਹੈ ਕਿ ਇਫ A ਇਜ਼ ਇਕੁਅਲ ਟੂ ਇਟਸ ਟਰਾਂਸਪੋਜ਼, ਜੇ A ਆਪਣੇ ਟਰਾਂਸਪੋਜ਼ ਦੇ ਇਕੁਅਲ ਆ ਜੇ ਤਾਂ ਆਪਾਂ ਕਹਿੰਦੇ ਹਾਂ ਕਿ A ਇੱਕ ਸਿਮੈਟ੍ਰਿਕ ਮੈਟ੍ਰਿਕਸ ਹੈ। A ਇੱਕ ਸਿਮੈਟ੍ਰਿਕ ਮੈਟ੍ਰਿਕਸ ਹੈ। ਹੁਣ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਆਹ ਆਪਾਂ ਇੱਕ ਮੈਟ੍ਰਿਕਸ ਲੈ ਲਈ A 2 4 4 5, ਇਹਦਾ ਲੈ ਲਿਆ ਆਪਾਂ ਟਰਾਂਸਪੋਜ਼। ਪਹਿਲੀ ਰੋ ਹੈ 2 4, ਇਹਨੂੰ ਕਾਲਮ ਬਣਾ ਲਿਆ। ਦੂਜੀ ਰੋ 4 5, ਕੋਈ ਚੇਂਜ ਆਇਆ, ਨਹੀਂ ਆਇਆ। ਇਟ ਮੀਨਸ A ਤੇ A ਦਾ ਟਰਾਂਸਪੋਜ਼ ਕੀ ਆ ਗਿਆ, ਇਕੁਅਲ ਆ ਗਿਆ। A ਤੇ A ਦਾ ਟਰਾਂਸਪੋਜ਼ ਇਕੁਅਲ ਆ ਗਿਆ ਤਾਂ ਇਟ ਮੀਨਸ A ਕੀ ਇੱਕ ਸਿਮੈਟ੍ਰਿਕ ਮੈਟ੍ਰਿਕਸ ਹੈ। ਅੱਛਾ, ਇੱਕ ਕੰਮ ਹੋਰ ਕਰਕੇ ਦੇਖੀਏ ਆਪਾਂ, A ਦੇ ਟਰਾਂਸਪੋਜ਼ ਦਾ ਟਰਾਂਸਪੋਜ਼ ਲੈ ਕੇ ਦੇਖੀਏ ਆਪਾਂ। A ਦੇ ਟਰਾਂਸਪੋਜ਼ ਦਾ ਟਰਾਂਸਪੋਜ਼, ਹੁਣ ਇਹਦੀ ਰੋ ਸੀਗੇ
2 4 कॉलम ਨੂੰ रो बनाता, इस कॉलम ਨੂੰ भी रो बना लो 4 5, कोई फर्क पिया? इट मीनस ए दे ट्रांसपोज का ट्रांसपोज की होंगे ए होंगे, एक गल होर याद कर लो, ए तो ए दे ट्रांसपोज इक्वल होंगे, ए दे ट्रांसपोज का ट्रांसपोज ए दे इक्वल होंगे इन केस ऑफ सिमेट्रिक मैट्रिक्स। मैनूं लगदा गल समझ आ गई होगी। तो ये बेसिकली आप ये भी कह सकते हैं कि ए आई जे एलीमेंट है किसी भी मैट्रिक्स का, तो ए जे आई जे इक्वल आ जाए ए आई जे तो ए जे आई, ये तो की मतलब है? हुण आ एलीमेंट की है, मतलब आप इनू देख लेना 4, ये की है ए 1 2 है ना, ये पहली रो का दूजा है, ये की है ए 2 1, ए 1 2 तो ए 2 1 ध्यान नाल देखो इक्वल है कि नहीं है? है। इट मीनस जेडी मैट्रिक्स दे विच ए आई जे ते ए जे आई, क्योंकि जेडे डायगनल है वो तो चेंज होना नहीं, तो उत्थे पिया रहूगा, आपस ये एलीमेंट्स ही अपनी थावां बदलणगे, 2 ते 5 तो उत्थे रहणगे। तो जो डायगनल जो बिना डायगनल नॉन डायगनल एलीमेंट्स ने जिहदे विच आई ते जे डिफरेंट हुंदा है, तो वैसे डायगनल ते भी ये गल सेम लगू, क्योंकि ए 1 1 ਦਾ उल्ट भी की होगा, ए 1 1 ही होगा। डायगनल तो भी डेफिनेशन फिट होगी कि ए आई जे तो ए जे आई की है इक्वल है। तो यहो जे केस च आप कहने कि एक सिमेट्रिक मैट्रिक्स है। हुण अगली गल करते हैं आप स्क्यू सिमेट्रिक मैट्रिक्स। सिमेट्रिक के अगे एक नवा शब्द आप ऐड करता स्क्यू। ਇਹਦਾ ਕੀ मतलब है? ਜਦੋਂ ए ਦਾ ट्रांसपोज नैगेटिव ऑफ ए ਦੇ इक्वल आ जाए, ए ਦਾ ट्रांसपोज नैगेटिव ऑफ ए ਦੇ इक्वल आ जाए, मीनस ये आ जाए इन अदर वर्ड्स if aij is negative of aji, जो आ एलीमेंट है आई जे वो ए जे आई का की हो नैगेटिव हो, ए जे आई ए आई जे ना, क्योंकि ए जे आई की होगा फिर ये नैगेटिव होगा आई जे का। किवें आपां एग्जाम्पल नाल ही ये गल करांगे। आ एक मैट्रिक्स पई है, इन्हूं दोनों तरीके वाचांगे आपां। आ की है A1 3 है, A3 1 की है एक दूजे नैगेटिव ने, ये की है A2 1 है। मैं दोबारा देखना मेरे लिखन के कितने गड़बड़ है। हाँ एलीमेंट ठीक है, A2 1 है, A1 2 है, ये आपस एक दूजे के नैगेटिव ने, A1 2 है, A2 1 है। ये की है A2 3 है, A3 2 है, ये एक दूजे नैगेटिव है। डायगनल एलीमेंट्स 0 भी हो सकता, कुछ भी हो सकते हैं, मतलब जो आ एलीमेंट ने ये एक दूजे के की ने नैगेटिव ने, ठीक है। डायगनल एलीमेंट्स की होणगे, इस स्क्यू सिमेट्रिक की डेफिनेशन तुहानूं पता लग जूगा। ये भी ये 0 हो सकते हैं या की हो सकते हैं, अगे जो आप गल करांगे। ये तुहाडे लई मैं सवाल छड्डता कि 0 तो बिना भी की ये एलीमेंट्स हो सकते हैं कि ਜਾਂ स्क्यू सिमेट्रिक ਦੇ ਵਿੱਚ डायगनल एलीमेंट्स 0 ही होणगे। ये अपने आप नाल ये गलबात करिਓ, ਇਹਦਾ क्वेश्चन नहीं मैं नैक्सट वीडियो ਦੇ ਵਿੱਚ ਦੇਵਾਂਗਾ। एक आप गल की सी कि ए का ट्रांसपोज ए दी इक्वल होंदा है, कि कहते सिमेट्रिक के केस च आउंदा कि इत्थे भी आउंदा है। हुण इत्थे ए का ट्रांसपोज आ सी, उपर जो आप ट्रांसपोज की आप डेफिनेशन दी सी, आप आ ट्रांसपोज कढ़िया सी, तो ए दे ट्रांसपोज का ट्रांसपोज आऊगा की आऊगा 3 4 5, इनू की बना लो रो बना लो 2 3 5, दोबारा फिर की बन गया ए बन गया। इट मीनस कोई भी केस है, सिमेट्रिक का केस नहीं, कोई भी केस है ए दे ट्रांसपोज का ट्रांसपोज ए ही आऊगा। ए ट्रांसपोज ऑफ ए विल बी इक्वल टू ए। आई थिंक फंडा क्लीयर हो गया। मैं ये डेफिनेशन सिमेट्रिक भी दी सी तो इत्थे भी दी। ये कल्ले सिमेट्रिक का केस नहीं है, किसी भी मैट्रिक्स का केस है कि ए दे ट्रांसपोज का ट्रांसपोज की होंदा है ए होंदा है। दोबारा फिर आप हुण स्क्यू सिमेट्रिक आप 3 गल्लां कीतियां। ए दा ट्रांसपोज कीता है, सिमेट्रिक मैट्रिक्स की है जो ए दा ट्रांसपोज ए दे इक्वल आ जाए तो ए आई जे ए जे आई दे इक्वल होण ते तीजा किया स्क्यू सिमेट्रिक ए दा ट्रांसपोज माइनस ए दे इक्वल आवे। एक तरीका, दूजा तरीका ए आई जे ए जे आई दा नैगेटिव होवे। आप आ तां चैक कर लिया भी एक दूजे नैगेटिव ने, आप ट्रांसपोज लैके ना चैक कर लीए। ट्रांसपोज लैने आ 0 माइनस ए माइनस बी, ए कॉलम सी रो बन गया। ए 0 माइनस सी, ये दूजा बन गया। बी सी 0। हुण जे आप माइनस कढ़ लीए बाहर, ये आप माइनस कढ़ लीए बाहर, की रहे 0 नैगेटिव का कोई फर्क पैना नहीं गा,
ठीक है। माइनस ए का नैगेटिव ए आ गया, माइनस बी का नैगेटिव क्योंकि माइनस बाहर आ गई ना, माइनस ए चो माइनस ए का बिचों बाहर कढ़ लिया, ए रह गया, ए चो कढ़ लिया, बी रह गया। ਇੱਥੇ ਕੀ ਰਹਿ ਜੂ ਮਾਈਨਸ ਦਾ ਏ ਰਹਿ ਜੂ ਕਿਉਂਕਿ ਮਾਈਨਸ ਮਾਈਨਸ ਪਲੱਸ ਦਾ ਏ ਹੋ ਜੂਗਾ। ਇੱਥੇ 0 ਰਹਿ ਜੂਗਾ, ਇੱਥੇ ਸੀ ਰਹਿ ਜੂ, ਮਾਈਨਸ ਬਾਹਰ ਆ ਗਈ, ਮਾਈਨਸ ਦਾ ਬੀ ਮਾਈਨਸ ਦਾ ਸੀ 0। ਮਾਈਨਸ ਆਫ ਆ ਕੀ ਹੈ, ਧਿਆਨ ਨਾਲ ਦੇਖੋ ਇਹ ਏ ਹੀ ਹੈ, ਤਾਂ ਏ ਦਾ ਟਰਾਂਸਪੋਜ਼ ਕਿਹਦੇ ਕੋਲ ਆ ਗਿਆ, ਮਾਈਨਸ ਏ ਦੇ। ਅਤੇ ਇਹ ਕਾਹਦੀ ਡੈਫੀਨੇਸ਼ਨ ਹੈ, ਸਕਿਊ ਸਿਮੈਟਰਿਕ ਦੀ। ਤਿੰਨ ਡੈਫੀਨੇਸ਼ਨ ਕੀਤੀਆਂ। ਟਰਾਂਸਪੋਜ਼ ਉਹਦੇ ਲਈ ਸਕੇਅਰ ਮੈਟ੍ਰਿਕਸ ਹੋਣਾ ਮੈਟਰ ਨਹੀਂ ਕਰਦਾ, ਏ ਦੇ ਟਰਾਂਸਪੋਜ਼ ਦਾ ਟਰਾਂਸਪੋਜ਼ ਏ ਹੁੰਦਾ। ਸਕਿਊ ਸਿਮੈਟਰਿਕ ਅਤੇ ਸਿਮੈਟਰਿਕ, ਸਿਮੈਟਰਿਕ ਏ ਦਾ ਟਰਾਂਸਪੋਜ਼ ਏ ਦੇ ਇਕੁਅਲ ਆ ਜੇ, ਸਕਿਊ ਸਿਮੈਟਰਿਕ ਏ ਦਾ ਟਰਾਂਸਪੋਜ਼ ਮਾਈਨਸ ਏ ਦੇ ਇਕੁਅਲ ਆ ਜੇ। ਇਹ ਤਿੰਨ ਗੱਲਾਂ ਕੀਤੀਆਂ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਇੱਕ ਗੱਲ ਤੁਹਾਨੂੰ ਦੱਸਤੀ ਸੀ ਕਿ ਏ ਦੇ ਟਰਾਂਸਪੋਜ਼ ਦਾ ਟਰਾਂਸਪੋਜ਼ ਏ ਹੁੰਦਾ, ਪਹਿਲੀ ਗੱਲ। ਦੂਜੀ ਗੱਲ, ਜੇ ਆਪਣੇ ਕੋਲ ਏ ਅਤੇ ਦੋ ਮੈਟ੍ਰਿਕਸਿਸ ਨੇ, ਇਹਦਾ ਟਰਾਂਸਪੋਜ਼ ਲੈ ਲਈਏ ਆਪਾਂ, ਤਾਂ ਇਹ ਬਹੁਤ ਸਿੰਪਲ ਗੱਲ ਹੈ। ਏ ਦਾ ਟਰਾਂਸਪੋਜ਼ ਅਲੱਗ ਲੈ ਲਓ, ਬੀ ਦਾ ਟਰਾਂਸਪੋਜ਼ ਅਲੱਗ ਲੈ ਲਓ, ਭਾਵੇਂ ਬਾਅਦ 'ਚ ਜੋੜ ਦਿਓ, ਭਾਵੇਂ ਜੋੜਨ ਤੋਂ ਬਾਅਦ 'ਚ ਟਰਾਂਸਪੋਜ਼ ਲੈ ਲਓ, ਇਹ ਇੱਕੋ ਹੀ ਗੱਲ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੀਜੀ ਗੱਲ, ਕਿਸੇ ਮੈਟ੍ਰਿਕਸ ਦੀ ਆਪਾਂ ਸਕੇਲਰ ਨਾਲ ਪ੍ਰੋਡਕਟ ਕਰਤਾ ਕੇ ਨਾਲ, ਉਹਦਾ ਲੈ ਲਿਆ ਟਰਾਂਸਪੋਜ਼। ਚਾਹੇ ਟਰਾਂਸਪੋਜ਼ ਲੈਣ ਤੋਂ ਬਾਅਦ ਕੇ ਨਾਲ ਗੁਣਾ ਕਰ ਦਿਓ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਕਿੱਥੇ ਹੈ, ਜਿਹੜਾ ਗੱਲ ਯਾਦ ਕਰਨੀ ਹੈ ਕਿ ਏ ਅਤੇ ਬੀ ਦਾ ਆਪਾਂ ਪ੍ਰੋਡਕਟ ਲੈ ਰਹੇ ਹਾਂ, ਏ ਅਤੇ ਬੀ ਦਾ ਕੀ ਲੈ ਰਹੇ ਹਾਂ, ਪ੍ਰੋਡਕਟ ਲੈ ਰਹੇ ਹਾਂ। ਜੇ ਇਹਦਾ ਟਰਾਂਸਪੋਜ਼ ਹੋਊਗਾ ਤਾਂ ਇੱਥੇ ਗਲਤੀ ਇਹ ਨਾ ਕਰ ਜਾਓ ਕਿ ਏ ਦਾ ਟਰਾਂਸਪੋਜ਼ ਬੀ ਦਾ ਟਰਾਂਸਪੋਜ਼, ਪਲੱਸ ਵੇਲੇ ਆਪਾਂ ਐਜ਼ ਇਟ ਰੱਖ ਲਿਆ ਸੀਗਾ, ਇੱਥੇ ਉਲਟ ਹੋ ਜਾਣਾ ਹੈ, ਰਿਵਰਸ ਹੋ ਜਾਣਾ, ਰਿਵਰਸਲ ਲੱਗ ਜਾਣਾ ਹੈ। ਬੀ ਦਾ ਟਰਾਂਸਪੋਜ਼ ਇਨਟੂ ਏ ਦਾ ਟਰਾਂਸਪੋਜ਼, ਬੀ ਦੇ ਟਰਾਂਸਪੋਜ਼ ਦੀ ਏ ਦੇ ਟਰਾਂਸਪੋਜ਼ ਨਾਲ ਗੁਣਾ ਕਰਾਂਗੇ ਤਾਂ ਏ ਬੀ ਦਾ ਟਰਾਂਸਪੋਜ਼ ਨਿਕਲਣਾ ਹੈ। ਇਹਨੂੰ ਕਹਿੰਦੇ ਆ ਰਿਵਰਸਲ ਲਾ। ਠੀਕ ਹੈ। ਹੁਣ ਆਪਾਂ ਅਗਲੀ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਦੇ ਹਾਂ ਕਿ ਮੰਨ ਲਓ ਆਪਾਂ ਐਗਜ਼ਾਮਪਲ ਨਾਲ ਹੀ ਕਰਾਂਗੇ ਕਿ ਆਪਾਂ ਏ ਦੇ ਵਿੱਚ ਏ ਦਾ ਟਰਾਂਸਪੋਜ਼ ਜੋੜ ਦਈਏ, ਏ ਦੇ ਵਿੱਚ ਏ ਦਾ ਟਰਾਂਸਪੋਜ਼ ਜੋੜ ਦਈਏ ਕਿਸੇ ਸਕੇਅਰ ਮੈਟ੍ਰਿਕਸ ਦੇ ਕੇਸ 'ਚ, ਕਿਸੇ ਸਕੇਅਰ ਮੈਟ੍ਰਿਕਸ ਦੇ ਕੇਸ ਦੇ ਵਿੱਚ ਕੀ ਹੋਊਗਾ। ਆਪਾਂ 2/2 ਦੀ ਇੱਕ ਮੈਟ੍ਰਿਕਸ ਲੈ ਲਈ 1490, ਇਹਦਾ ਟਰਾਂਸਪੋਜ਼ ਕੀ ਹੋਣਾ ਹੈ, ਇਹਦਾ ਟਰਾਂਸਪੋਜ਼ ਹੋਣਾ ਹੈ 1490। ਏ ਦੇ ਵਿੱਚ ਆਪਾਂ ਏ ਦਾ ਟਰਾਂਸਪੋਜ਼ ਜੋੜਦੇ ਹਾਂ, ਕੋਰਸਪੋਂਡਿੰਗ 1 + 1 2, 4 + 9 13, 9 + 4 13, 0। ਤਾਂ ਜਿਹੜਾ ਆਹ 13 ਹੈ ਇਹ AIJ ਯਾਨੀ A12 ਹੈ, A21 ਹੈ। ਇਹਨੂੰ ਕੋਈ ਵੀ ਮੈਟ੍ਰਿਕਸ C ਮੰਨ ਲਓ, ਜਿਹੜੀ ਨਵੀਂ ਮੈਟ੍ਰਿਕਸ ਬਣ ਗਈ, ਏ ਅਤੇ ਏ ਦਾ ਟਰਾਂਸਪੋਜ਼ ਜੋੜਿਆ, ਆਪਣੇ ਕੋਲ C ਬਣ ਗਈ। C ਦਾ ਟਰਾਂਸਪੋਜ਼ ਲਓ ਕਿਉਂਕਿ ਆਪਾਂ ਦੇਖਣਾ ਨਵੀਂ ਮੈਟ੍ਰਿਕਸ C ਬਣ ਗਈ। ਇਹਨੂੰ ਦੇਖੋ 2 13 13 0 ਸੇਮ ਬਣ ਜੂਗਾ। C ਅਤੇ C ਦਾ ਟਰਾਂਸਪੋਜ਼ 0 ਹੈ, ਇਕੁਅਲ ਹੈ। ਇਟ ਮੀਨ C ਕੀ ਇੱਕ ਸਿਮੈਟ੍ਰਿਕ ਮੈਟ੍ਰਿਕਸ ਹੈ। ਅਤੇ ਮੈਂ ਕਹਿਣਾ ਕੀ ਚਾਹੁੰਦਾ ਸੀ, ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਜਦੋਂ ਕਿਸੇ ਮੈਟ੍ਰਿਕਸ ਦੇ ਵਿੱਚ ਉਹਦਾ ਟਰਾਂਸਪੋਜ਼ ਆਪਾਂ ਐਡ ਕਰ ਦਈਏ ਤਾਂ ਜਿਹੜੀ ਨਵੀਂ ਮੈਟ੍ਰਿਕਸ ਬਣਦੀ ਹੈ ਉਹ ਇੱਕ ਸਿਮੈਟ੍ਰਿਕ ਮੈਟ੍ਰਿਕਸ ਹੁੰਦੀ ਹੈ। ਮੈਂ ਦੁਬਾਰਾ ਬੋਲਦਾ, ਕਿਸੇ ਮੈਟ੍ਰਿਕਸ ਦੇ ਵਿੱਚ ਉਹਦਾ ਟਰਾਂਸਪੋਜ਼ ਜੋੜ ਦਈਏ, ਜਿਹੜੀ ਨਵੀਂ ਮੈਟ੍ਰਿਕਸ ਬਣੂਗੀ ਉਹ ਇੱਕ ਸਿਮੈਟ੍ਰਿਕ ਮੈਟ੍ਰਿਕਸ ਹੋਊਗੀ। ਅਤੇ ਕਿਸੇ ਮੈਟ੍ਰਿਕਸ ਦੇ ਵਿੱਚ ਇਹ ਤੁਸੀਂ ਆਪ ਕਰਕੇ ਦੇਖਣਾ, ਉਹਦਾ ਟਰਾਂਸਪੋਜ਼ ਘਟਾ ਦਈਏ ਤਾਂ ਇਹ ਇੱਕ ਸਕਿਊ ਸਿਮੈਟ੍ਰਿਕ ਹੋਊਗੀ। ਇਹ ਕੀ ਹੋਊਗੀ, ਇੱਕ ਸਕਿਊ ਸਿਮੈਟ੍ਰਿਕ। ਏ 'ਚੋਂ ਏ ਦਾ ਟਰਾਂਸਪੋਜ਼ ਜੋੜਿਆ ਸਿਮੈਟ੍ਰਿਕ, ਏ 'ਚੋਂ ਏ ਦਾ ਟਰਾਂਸਪੋਜ਼ ਘਟਾਇਆ ਸਕਿਊ ਸਿਮੈਟ੍ਰਿਕ। ਇਸ ਐਗਜ਼ਾਮਪਲ ਦੀ ਲਾ ਕੇ ਦੇਖ ਲਿਓ, ਸਕਿਊ ਸਿਮੈਟ੍ਰਿਕ ਬਣ ਜਾਣੀ ਹੈ। ਤਾਂ ਫਿਰ ਨਾਲ ਤੁਸੀਂ ਦੇਖਿਓ ਕਿ ਡਾਇਗਨਲ ਐਲੀਮੈਂਟ 0 ਬਣਦਾ ਕਿ ਕੁਛ ਹੋਰ ਬਣਦਾ। ਹੁਣ ਆਪਾਂ ਇਹਨਾਂ ਦੋਹਾਂ ਦਾ ਜੋੜ ਕਰ ਦਿੰਦੇ ਹਾਂ। ਏ ਦਾ ਇੱਕ ਸਿਮੈਟ੍ਰਿਕ ਮੈਟ੍ਰਿਕਸ ਹੋ ਗਈ, ਆਹ ਕੀ ਹੋ ਗਈ, ਸਕਿਊ ਸਿਮੈਟ੍ਰਿਕ ਹੋ ਗਈ। ਇਹਨੂੰ ਜਦੋਂ ਆਪਾਂ ਜੋੜਾਂਗੇ ਤਾਂ ਏ ਦੇ ਟਰਾਂਸਪੋਜ਼ ਤੇ ਚੋਂ ਏ ਦਾ ਟਰਾਂਸਪੋਜ਼ ਤਾਂ ਮਾਈਨਸ ਹੋ ਜੂ, ਅਲਟੀਮੇਟਲੀ ਕੀ ਬਣ ਜਾਣਾ, ਇਹ 2A ਬਣ ਜਾਣਾ, 2A ਬਣ ਜਾਣਾ। ਇਹਦਾ ਜੇ ਆਪਾਂ ਹਾਫ ਲੈ ਲਈਏ, ਇਹਦਾ ਹਾਫ ਲੈ ਲਈਏ, ਇਟ ਮੀਨਸ ਆਪਾਂ ਆਹ ਗੱਲ ਦਾ ਕੀ ਲੈ ਲਈਏ, ਹਾਫ ਲੈ ਲਈ, ਹਾਫ ਆਫ A + A ਟਰਾਂਸਪੋਜ਼ ਪਲੱਸ A - A ਟਰਾਂਸਪੋਜ਼, ਤਾਂ ਯਾਨੀ 2A ਦਾ ਹਾਫ ਹੋ ਗਿਆ, ਯਾਨੀ ਕੀ ਹੋ ਗਿਆ A। ਇਹ ਤੋਂ ਇੱਕ ਬਹੁਤ ਹੀ ਇੰਪੋਰਟੈਂਟ ਰਿਜ਼ਲਟ ਨਿਕਲਦਾ ਜਦੋਂ ਕੁਐਸਚਨ ਬਣਦਾ ਹੈ, ਰਾਈਟ A ਜਾਂ ਰਾਈਟ ਐਨੀ ਮੈਟ੍ਰਿਕਸ ਇਨ ਫਾਰਮ ਆਫ ਸਮ ਆਫ ਅ ਸਿਮੈਟ੍ਰਿਕ ਮੈਟ੍ਰਿਕਸ ਐਂਡ ਅ ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਕਿ ਏ ਨੂੰ ਕਿਸੇ ਸਿਮੈਟ੍ਰਿਕ ਮੈਟ੍ਰਿਕਸ ਅਤੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਦੇ ਜੋੜ ਦੇ ਰੂਪ ਵਿੱਚ ਇਹ ਲਿਖਣਾ ਹੋਵੇ ਤਾਂ ਆਹ ਬਹੁਤ ਸੋਹਣਾ ਢੰਗ ਹੈ। ਮੰਨ ਲਓ ਕੋਈ ਮੈਟ੍ਰਿਕਸ ਇਹ ਦਿੱਤੀ ਹੈ, ਏ 'ਚ ਏ ਦਾ ਟਰਾਂਸਪੋਜ਼ ਜੋੜ ਦੋ, ਸਿਮੈਟ੍ਰਿਕ ਬਣ ਗਈ।
ए चो ए का ट्रांसपोज घटा दो, स्क्यू सिमेट्रिक बन गई। दोहां जोड़ के दो ते बन दो, दोबारा की बन जाना ए बन जाना। एक बहुत ही इंपोर्टेंट रिजल्ट है जिहड़ा कि किसी मैट्रिक्स नूं लिखण दे काम च आउंदा है, तोड़ के किहड़े तो हिस्से तोड़ना, एक सिमेट्रिक च एक स्क्यू सिमेट्रिक च। तो बाला टाइम ना खराब करते हुए आप एग्जाम्पल्स वाल चलते हैं। एक एग्जाम्पल लैने इफ द मैट्रिक्स दिस इज स्क्यू सिमेट्रिक, जे स्क्यू सिमेट्रिक है मैट्रिक्स स्क्यू सिमेट्रिक है जी, तो ए तो बी दी वैल्यू लो। जे ए स्क्यू सिमेट्रिक है तो बहुत ही सिंपल जी गल है कि ए का ट्रांसपोज माइनस ए दे इक्वल होगा। ए का ट्रांसपोज कि इक्वल होगा माइनस ए दे। ए का ट्रांसपोज ले लो, इन ए मान लो 0 ए माइनस 3 पहली रो कॉलम बनाता, 2 0 माइनस 1 दूजी रो कॉलम बनाता, B1 0 तीजी बनाता, माइनस ए नैगेटिव, ए का नैगेटिव। मैं नैगेटिव पहला ला ला, मैं स्टैप खा जाना, ये पहला नैगेटिव लिखना है पर साइन कर 0 साइन चेंज करेंगे 0 ही हो जाऊगा, ए का साइन चेंज करेंगे माइनस ए हो जाऊगा क्योंकि नैगेटिव कर ये तो नैगेटिव लेना आप तो साइन चेंज हो जाएंगे सारे। ये हो जाऊगा प्लस का 3 माइनस 2 0 प्लस का 1 बी दा नैगेटिव माइनस बी 1 का नैगेटिव माइनस 1 तो 0। आप कढ़ना कि बेसिकली आ कढ़ना ए नूं कंपेयर कर लो इस एलीमेंट नाल, माइनस ए कि आ गया 2 दे कोल आ गया, इट मीनस ए की आ गया माइनस का 2 आ गया। इनू कंपेयर कर लो ये माइनस बी की आ गया माइनस का 3 आ गया, इट मीनस बी की आ गया 3 आ गया। यहो जी एक एग्जाम्पल होर भी ये देखो क्योंकि स्क्यू सिमेट्रिक सी ये डायगोनल एलीमेंट्स की ने 0 ने। एक क्वेश्चन का आंसर तुहानूं इहदे विच ही मिल गया। तो यहो जी एग्जाम्पल एक यहो जी भी हो सकती है कि भी आ सिमेट्रिक मैट्रिक्स है तो ए तो बी की वैल्यू पता करो, तो ए नूं ए दे ट्रांसपोज की इक्वल रख लो, ए तो बी दी वैल्यूज फाइंड आउट कर सकते हो। अगली एग्जाम्पल वाल चलते हैं। कहना इफ ए इज दिस मैट्रिक्स फाइंड अल्फा, अल्फा की वैल्यू पता करो वेयर अल्फा 0 to π/2 यानी अक्यूट एंगल है। वैन ए प्लस ए का ट्रांसपोज अंडर 2 I2 के आइडेंटिटी मैट्रिक्स। जल्दी ना करते हैं, ए कॉस अल्फा साइन अल्फा माइनस साइन अल्फा तो कॉस अल्फा, ये प्लस किया ए का ट्रांसपोज, ट्रांसपोज हो कॉस अल्फा साइन अल्फा तो माइनस साइन अल्फा कॉस अल्फा, ये प्लस किए ये किहदे कोल आ गया अंडर 2 इंटू I2 ऑर्डर 2 की आइडेंटिटी मैट्रिक्स। जोड़ोगे लैफ्ट हैंड साइड कॉस अल्फा प्लस कॉस अल्फा 2 कॉस अल्फा, साइन अल्फा माइनस साइन अल्फा 0, साइन अल्फा माइनस साइन अल्फा 0 2 कॉस अल्फा। ये की बन जाना अंडर 2 0 0 अंडर 2। बेसिकली इको आइडेंटिटी नूं कंपेयर कर लो, 2 कॉस अल्फा इज इक्वल टू अंडर 2। बहुत सौखी जी गल है, 2 उधर जाके की हो जाना है डिवाइड हो जाना है। कॉस अल्फा इज इक्वल टू अंडर 2/2 यानी 1/√2। हुण कॉस अल्फा 1/√2 कित्थे होऊगा ਜਦੋਂ अल्फा की होगा π/4 क्योंकि अल्फा की वैल्यू आप 0 to π/2 के विच लैनी है। कॉस अल्फा 1/√2 कदों होगा जो अल्फा की होगा π/4 होगा। अगली एग्जाम्पल वाल चलते हैं। इफ ए इज इक्वल टू -2 4 5 एंड बी इज इक्वल टू 1 3 -6 वेरीफाई दैट ए बी द ट्रांसपोज इक्वल टू बी ट्रांसपोज ए ट्रांसपोज। आप आ रिजल्ट वेरीफाई करना है, ए तो बी का प्रोडक्ट लवांगे और ट्रांसपोज लवांगे, एक पासा कढ़ांगे दूसरा पासा किवें कढ़ांगे बी का ट्रांसपोज लवांगे ए का ट्रांसपोज लवांगे बाद प्रोडक्ट लवांगे। पहला ए तो बी का आप प्रोडक्ट ले लो, ये -2 की यदा ऑर्डर की है 3 × 1 है, यदा ऑर्डर की है 1 × 3 है। ये सेम ने नवी 3/3 की मैट्रिक्स बनूगी एक -2 × 1 पहली रो के पहले तक की आ गया माइनस का 2 आ गया, फिर -6 आ जाऊगा, फिर 12 आ जाऊगा। कर लोगे ना -2 -6 12 4 12 -24 5 15 -30।
ਹੁਣ ਏ ਬੀ ਦਾ ਕੀ ਲੈਣਾ ਆਪਾਂ ਟਰਾਂਸਪੋਜ਼ ਲੈਣਾ ਹੈ ਏ ਬੀ ਦਾ ਕੀ ਲੈਣਾ ਆਪਾਂ ਟਰਾਂਸਪੋਜ਼ ਲੈਣਾ ਹੈ ਇਹ ਕੀ ਆ ਜਾਊਗਾ -2 -6 12 4 12 -24 5 15 -30 ਮਤਲਬ ਆਪਾਂ ਏ ਬੀ ਪ੍ਰੋਡਕਟ ਕੱਢਿਆ ਇਸ ਤੋਂ ਅੱਗੇ ਕੰਮ ਕੀ ਕਰਨਾ ਹੈ ਤੁਸੀਂ ਏ ਦਾ ਟਰਾਂਸਪੋਜ਼ ਲੈ ਲਓ ਏ ਦਾ ਟਰਾਂਸਪੋਜ਼ ਲੈ ਲਿਆ 2 4 5 ਜਿਹੜੀ ਕਾਲਮ ਸੀ ਉਹਨੂੰ ਰੋ ਬਣਾਤਾ ਬੀ ਦਾ ਟਰਾਂਸਪੋਜ਼ ਲੈ ਲਿਆ 1 3 -6 ਜਿਹਨੂੰ ਰੋ ਸੀ ਉਹਦਾ ਕਾਲਮ ਬਣਾਤਾ ਹੁਣ ਏ ਤੇ ਬੀ ਦੀ ਗੁਣਾ ਏ ਟਰਾਂਸਪੋਜ਼ ਤੇ ਬੀ ਟਰਾਂਸਪੋਜ਼ ਦੀ ਗੁਣਾ ਹੋ ਸਕਦੀ ਹੈ ਪਹਿਲਾਂ ਤਾਂ ਆਪਾਂ ਇਹ ਦੇਖ ਲਈਏ ਇਹਦਾ ਆਰਡਰ 1/3 ਹੈ ਇਹਦਾ ਆਰਡਰ 3 ਗੁਣਾ 1 ਹੈ ਹੋ ਤਾਂ ਸਕਦੀ ਹੈ ਲੇਕਿਨ ਤੁਸੀਂ ਦੇਖੋਗੇ ਜਿਹੜਾ ਨਵੀਂ ਮੈਟ੍ਰਿਕਸ ਬਣੂ ਉਹ 1 ਗੁਣਾ 1 ਦੀ ਬਣੂਗੀ ਜਦੋਂ ਕਿ ਏ ਬੀ ਦਾ ਟਰਾਂਸਪੋਜ਼ ਕੀ ਬਣੇਗਾ 3/3 ਦਾ ਸੀਗੇ ਆਪਾਂ ਕੀ ਕੱਢਣਾ ਆਪਾਂ ਇਹ ਪ੍ਰੂਵ ਕਰਨਾ ਹੈ ਕਿ ਬੀ ਦਾ ਟਰਾਂਸਪੋਜ਼ ਤੇ ਏ ਦਾ ਟਰਾਂਸਪੋਜ਼ ਇਹਦੇ ਇਕੁਅਲ ਹੈ ਬੀ ਦਾ ਟਰਾਂਸਪੋਜ਼ ਕੀ ਹੈ 1 3 -6 ਇਹਦਾ ਪ੍ਰੋਡਕਟ ਕਿਹਦੇ ਨਾਲ 2 4 5 ਨਾਲ 1 × 2 2 ਆਪਾਂ ਮਤਲਬ ਐਲੀਮੈਂਟ ਠੀਕ ਲਿਖੇ ਨੇ ਕਿ ਐਲੀਮੈਂਟ -2 ਸੀ ਇੱਥੇ ਆ 1 × -2 -2 1 × 4 4 1 × 5 5 -6 12 15 12 ਮਾਈਨਸ ਪਲੱਸ ਹੋ ਜਾਊਗਾ -24 -30 ਧਿਆਨ ਨਾਲ ਦੇਖੋ ਬੀ ਦਾ ਟਰਾਂਸਪੋਜ਼ ਤੇ ਏ ਦਾ ਟਰਾਂਸਪੋਜ਼ ਕਿਹਦੇ ਕੋਲ ਆ ਗਿਆ ਏ ਬੀ ਦੇ ਟਰਾਂਸਪੋਜ਼ ਦੇ ਕੋਲ ਆ ਗਿਆ ਇਹ ਆਪਣਾ ਰਿਜ਼ਲਟ ਕੀ ਹੋ ਗਿਆ ਵੈਰੀਫਾਈ ਹੋ ਗਿਆ ਇੱਕ ਹੋਰ ਐਗਜ਼ਾਮਪਲ ਤੁਸੀਂ ਕਰਨੀ ਆਪ ਹੈ ਪਰ ਮੈਂ ਬੇਸਿਕ ਹਿੰਟ ਦੇ ਦੂੰਗਾ ਕਿ ਇੱਕ ਇਹ ਮੈਟ੍ਰਿਕਸ ਹੈ ਏ ਤੁਹਾਨੂੰ ਮੈਥ ਦੇ ਵਿੱਚ ਵੀ ਮਿਲ ਜੂਗੀ ਇੱਕ ਮੈਟ੍ਰਿਕਸ ਹੈ ਇਹਨੂੰ ਲਿਖੋ ਐਕਸਪ੍ਰੈਸ ਦਾ ਮੈਟ੍ਰਿਕਸ ਐਜ਼ ਦਾ ਸਮ ਆਫ ਅ ਸਿਮੈਟ੍ਰਿਕ ਐਂਡ ਅ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਜਿਹੜੀ ਆਪਾਂ ਇੱਕ ਗੱਲ ਕੀਤੀ ਸੀ ਇਹਨੂੰ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਦੇ ਸਮ ਦੇ ਰੂਪ ਵਿੱਚ ਲਿਖੋ ਦੋ ਮੈਟ੍ਰਿਕਸ ਬਣਾਵਾਂਗੇ ਆਪਾਂ ਇੱਕ ਨੂੰ ਮੰਨ ਲਓ ਸੀ ਇੱਕ ਨੂੰ ਡੀ ਸੀ ਕੀ ਹੋਊਗਾ ਏ ਪਲੱਸ ਏ ਦਾ ਟਰਾਂਸਪੋਜ਼ ਇਹ ਸਿਮੈਟ੍ਰਿਕ ਹੋਊਗੀ ਡੀ ਕੀ ਹੋਊਗੀ ਏ ਮਾਈਨਸ ਏ ਦਾ ਟਰਾਂਸਪੋਜ਼ ਇਹ ਸਕਿਊ ਸਿਮੈਟ੍ਰਿਕ ਹੋਊਗੀ ਆਪਾਂ ਕੀ ਕਰਾਂਗੇ ਸੀ ਤੇ ਡੀ ਜੋੜ ਅਲੱਗ-ਅਲੱਗ ਲਿਖਾਂਗੇ ਇਹਨੂੰ ਜੋੜਨਾ ਨਹੀਂਗਾ ਇਹਨੂੰ ਅਲੱਗ-ਅਲੱਗ ਹੀ ਲਿਖਣਾ ਕਿਉਂਕਿ ਐਕਸਪ੍ਰੈਸ ਦੋ ਹਿੱਸੇ ਕਰਦੇ ਆ ਦੋ ਹਿੱਸੇ ਕਰ ਦਾਂਗੇ ਇਹਦਾ ਕੀ ਕਰ ਦਾਂਗੇ ਆਪਾਂ ਹਾਫ ਕਰ ਦਾਂਗੇ ਵਿਚ ਵਿਲ ਵੀ ਇਕੁਅਲ ਟੂ ਏ ਆਪਾਂ ਸ਼ੁਰੂ 'ਚ ਦੱਸਿਆ ਸੀ ਕਿ ਏ ਪਲੱਸ ਏ ਦਾ ਟਰਾਂਸਪੋਜ਼ ਏ ਮਾਈਨਸ ਏ ਦਾ ਟਰਾਂਸਪੋਜ਼ ਦੋਹਾਂ ਨੂੰ ਜੋੜਾਂਗੇ ਜਦੋਂ ਤਾਂ 2a ਬਣ ਜੂ 2a ਨੂੰ ਡਿਵਾਈਡ ਕੀਤਾ ਕੀ ਬਣ ਗਿਆ a ਬਣ ਗਿਆ ਤਾਂ ਇਹਨੂੰ ਇਸ ਤਰੀਕੇ ਐਕਸਪ੍ਰੈਸ ਕੀਤਾ ਜਾ ਸਕਦਾ ਹੈ ਜੇ ਨਾ ਸਮਝ ਆਵੇ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਹਾਜ਼ਰ ਹਾਂ ਇਹ ਕੰਮ ਤੁਸੀਂ ਆਪਣੇ ਆਪ ਕਰਨਾ ਹੈ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬਹੁਤ ਹੀ ਪਲੈਨਡ ਵੇ ਨਾਲ ਆਪਾਂ ਅਗਲਾ ਸਿਲੇਬਸ ਅੱਗੇ ਵਧਾਵਾਂਗੇ ਮੈਟ੍ਰਿਕਸ ਦੀ ਇੱਕ ਵੀਡੀਓ ਹੋਰ ਪੈਂਡਿੰਗ ਹੈ ਇਸ ਤੋਂ ਬਾਅਦ ਆਪਾਂ ਡਿਟਰਮੀਨੈਂਟ ਵੱਲ ਵਧਾਂਗੇ ਧੰਨਵਾਦ ਸਟੇ ਸੇਫ ਅਤੇ ਆਪਾਂ ਨੂੰ ਵੀ ਬਚਾਓ ਆਪਣੇ ਸਮਾਜ ਨੂੰ ਵੀ ਬਚਾਓ ਧੰਨਵਾਦ